ਸ਼੍ਰੀ ਅਕਾਲ ਔਨ 에ਅਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਮਨ ਤੂਰ ਸੁਲਤਾਨਪੁਰ ਲੋਧੀ ਦੇ ਵਿੱਚ ਮੌਜੂਦ ਹਾਂ। ਇਥੋਂ ਦੇ ਸਾਰੇ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਕੀਤੇ ਹੋਣਗੇ ਕੁਝ ਦਿਨ ਪਹਿਲਾਂ ਹੀ। ਜਿਸ ਦਿਨ ਦਿੱਲੀ ਦੇ ਵਿੱਚ ਐਲਾਨ ਹੁੰਦਾ ਮੋਦੀ ਸਾਹਿਬ ਦੇ ਵੱਲੋਂ ਕਿ ਮੈਂ ਤੁਹਾਡੇ ਸਾਰੇ ਦੇ ਸਾਰੇ ਕਾਨੂੰਨ ਰੱਦ ਕਰਦਾ ਔਰ ਵਾਪਸ ਲੈਣਾ, ਉਸ ਦਿਨ ਤੁਹਾਨੂੰ ਇਥੋਂ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਰਹੇ ਸੀ ਤੇ ਇਥੋਂ ਹੀ ਦਿੱਲੀ ਨੂੰ ਗਏ ਸੀ। ਪਰ ਇੱਕ ਖਾਸ ਜਿਹੜੀ ਇੱਕ ਮੰਜ਼ਰ ਦਿਖਾਉਣੋਂ ਰਹਿ ਗਏ ਸੀ। ਅੱਜ ਆਈ ਹਾਂ ਤੇ ਅੱਜ ਸੋਚਿਆ ਕਿ ਤੁਹਾਨੂੰ ਦਿਖਾ ਦੇਵਾਂ। ਮੇਰੇ ਪਿੱਛੇ ਜਿਹੜੀ ਇੱਕ ਤੁਸੀਂ ਬਹੁਤ ਪੁਰਾਤਨ ਜੀ ਬਿਲਡਿੰਗ ਦੇਖ ਰਹੇ ਹੋਗੇ, ਹਾਲਾਂਕਿ ਇਹਨੂੰ ਦੁਬਾਰਾ ਤੋਂ ਜਿਹੜਾ ਮੋਡੀਫਾਈ ਕੀਤਾ ਜਾ ਰਿਹਾ, ਰੈਨੋਵੇਟ ਕੀਤਾ ਜਾ ਰਿਹਾ ਕਿਉਂਕਿ ਕਾਫੀ ਖਸਤਾ ਹਾਲਤ ਹੈ ਇਹਦੀ। ਔਰ ਇਹਦੇ ਬਾਰੇ ਚ ਜਿਹੜੇ ਇੱਥੋਂ ਦੇ ਵਸਨੀਕ ਆ ਉਹ ਦੱਸ ਰਹੇ ਆ ਕਿ ਇਹ ਬਿਲਡਿੰਗ ਜਿਹੜੀ ਕਿਲ੍ਹਾਨੁਮਾ ਬਿਲਡਿੰਗ ਆ, ਹਾਲਾਂਕਿ ਉਸ ਵੇਲੇ ਇਹ ਪ੍ਰਸ਼ਾਸਨਿਕ ਕੰਮਾਂ ਦੇ ਲਈ ਵਰਤੀ ਜਾਂਦੀ ਸੀ, ਪਰ ਇਹਦੇ ਅੰਦਰ ਇੱਕ ਇਤਿਹਾਸਕ ਮਸਜਿਦ ਮੌਜੂਦ ਆ ਜਿਹਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਵੇਲੇ ਜਦੋਂ ਉਹਨਾਂ ਦੇ ਬਾਰੇ 'ਚ ਇਹ ਕਹਾਣੀ ਕਹੀ ਜਾਂਦੀ ਹੈ ਕਿ ਉਹਨਾਂ ਨੇ ਨਮਾਜ਼ ਅਦਾ ਕੀਤੀ ਸੀ ਮੁਸਲਮਾਨ ਭਾਈਚਾਰੇ ਦੇ ਨਾਲ ਮਿਲ ਕੇ, ਤੇ ਉਦੋਂ ਦੀ ਕਹਾਣੀ ਕੁਝ ਇਦਾਂ ਦੀ ਆ ਕਿ ਇੱਥੇ ਹੀ ਜਿਹੜੀ ਅੰਦਰ ਮਸਜਿਦ ਮੌਜੂਦ ਆ, ਉੱਥੇ ਹੀ ਗੁਰੂ ਸਾਹਿਬ ਨੇ ਜਿਹੜੀ ਆ ਨਮਾਜ਼ ਉਹਨਾਂ ਦੇ ਨਾਲ ਬੈਠ ਕੇ ਸੁਣੀ ਸੀ। ਤੇ ਉਸ ਤੋਂ ਬਾਅਦ ਇਸ ਕਥਾ ਦੀ ਬਾਰ-ਬਾਰ ਚਰਚਾ ਹੁੰਦੀ ਹੈ ਕਿ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਤਾਂ ਨਮਾਜ਼ ਪੜ੍ਹੀ ਨਹੀਂ, ਤੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਮੈਂ ਜੇ ਨਾ ਪੜ੍ਹੀ ਹੁੰਦੀ ਤੇ ਫਿਰ ਮੈਂ ਤੁਹਾਨੂੰ ਦੱਸਦਾ, ਪਰ ਤੁਸੀਂ ਨਹੀਂ ਪੜ੍ਹੀ ਇਹਦਾ ਮੈਨੂੰ ਯਕੀਨ ਆ। ਤੇ ਨਾਲ ਦੀ ਨਾਲ ਉਹਨਾਂ ਨੇ ਦੱਸਿਆ ਕਿ ਤੁਸੀਂ ਘਰ ਦੇ ਆਪਣੇ ਕਿਹੜੇ-ਕਿਹੜੇ ਕੰਮਾਂ ਦੇ ਖਿਆਲਾਂ ਦੇ ਵਿੱਚ ਖੋਏ ਹੋਏ ਸੀ। ਸੋ ਉਸ ਤੋਂ ਬਾਅਦ ਉਹਨਾਂ ਨੂੰ ਮੁਸਲਮਾਨ ਭਾਈਚਾਰੇ ਨੇ ਅੰਤਰਯਾਮੀ ਗੁਰੂ ਜਾਂ ਪੀਰ ਹੋਣ ਦਾ ਜਿਹੜਾ ਖਿਤਾਬ ਦਿੱਤਾ। ਤੇ ਇਹ ਤੋਂ ਥੋੜੀ ਦੂਰ ਦੇ ਉੱਤੇ ਮੌਜੂਦ ਹੈਗਾ ਗੁਰਦੁਆਰਾ, ਇਸੇ ਜਿਹੜੀ ਗੱਲ ਦੀ ਯਾਦ ਦੇ ਵਿੱਚ ਬਣਿਆ ਹੋਇਆ ਗੁਰਦੁਆਰਾ ਅੰਤਰਯਾਮਤਾ। ਪਰ ਇਸ ਜੇ ਕਿਲ੍ਹਾ ਨੁਮਾ ਬਿਲਡਿੰਗ ਦੀ ਗੱਲ ਕਰਾਂ ਤਾਂ ਤੁਸੀਂ ਦੇਖ ਸਕਦੇ ਹੋ ਪੁਰਾਣੀ ਇੱਟ ਦਾ ਬਣਿਆ ਹੋਇਆ ਔਰ ਬਹੁਤ ਮੋਟੀਆਂ ਜਿਹੜੀਆਂ ਕੰਧਾਂ, ਹਾਲਾਂਕਿ ਵਿੱਚ ਕੁਝ ਸਰੀਏ ਵਗੈਰਾ ਫਿੱਟ ਕੀਤੇ ਹੋਏ ਆ, ਬਾਹਰ ਵੀ ਕੁਝ ਇਸ ਤਰ੍ਹਾਂ ਦਾ ਕੀਤਾ ਹੋਇਆ ਕਿਉਂਕਿ ਰੈਨੋਵੇਟ ਕੀਤਾ ਜਾ ਰਿਹਾ ਔਰ ਪੁਰਾਤੱਤਵ ਵਿਭਾਗ ਦੇ ਅੰਤਰਗਤ ਆਇਆ ਤੇ ਹੁਣ ਜਾ ਕੇ ਇਹਦੇ ਤੇ ਕੰਮ ਸ਼ੁਰੂ ਹੋਇਆ। ਪਰ ਇਹ ਤੁਸੀਂ ਦੇਖ ਸਕਦੇ ਹੋ ਦਰਵਾਜ਼ੇ ਉਹੀ ਪੁਰਾਣੇ। ਔਰ ਇਹਦੇ ਬਾਰੇ 'ਚ ਇੱਕ ਹੋਰ ਖਾਸ ਚੀਜ਼ ਜਿਹੜੀ ਦੱਸੀ ਜਾ ਰਹੀ ਹੈ ਕਿ ਜਿਹੜਾ ਅੰਦਰ ਮਸਜਿਦ ਦੇ ਸਾਹਮਣੇ ਮਦਰਸਾ ਬਣਿਆ ਹੋਇਆ, ਉੱਥੇ ਔਰੰਗਜ਼ੇਬ ਔਰ ਦਾਰਾਸ਼ਕੋ ਵਰਗੇ ਜਿਹੜੇ ਮੁਗਲ ਰਾਜੇ ਹੋਏ ਆ, ਉਹਨਾਂ ਨੇ ਇੱਥੋਂ ਜਿਹੜੀ ਆਪਣੀ ਪੜ੍ਹਾਈ ਕੀਤੀ ਸੀ, ਇਹਨਾਂ ਮਦਰਸਿਆਂ ਦੇ ਵਿੱਚ ਉਹ ਪੜ੍ਹੇ ਸੀ। ਔਰ ਇੱਕ ਹੋਰ ਜਿਹੜੀ ਖਾਸ ਚੀਜ਼ ਆ ਇਸ ਬਿਲਡਿੰਗ ਦੇ ਬਾਰੇ 'ਚ ਉਹ ਇਹ ਹੈ ਕਿ ਇਹ ਉਸ ਸਮੇਂ ਦਿੱਲੀ ਲਾਹੌਰ ਰੋਡ ਜਿਹੜਾ ਹਾਈਵੇ ਆ ਉਹਦੇ ਉੱਤੇ ਸਥਿਤ ਸੀ ਔਰ ਦਿੱਲੀ ਤੋਂ ਲਾਹੌਰ ਦਾ ਸਫ਼ਰ ਕਰਦੇ ਹੋਏ ਆਮ ਹੀ ਜਿਹੜੇ ਵੱਡੇ ਰਾਜੇ ਮਹਾਰਾਜੇ ਜਾਂ ਪ੍ਰਸ਼ਾਸਨਿਕ ਅਧਿਕਾਰੀ ਸੀ ਉਹ ਇੱਥੇ ਰੁਕਿਆ ਕਰਦੇ ਸੀ। ਸੋ ਉਸ ਤੋਂ ਬਾਅਦ ਹਾਲਾਂਕਿ ਇਹ ਕੰਮ ਜਿਹੜਾ ਚੱਲ ਰਿਹਾ ਇਸ ਵੇਲੇ ਵੀ ਜਿਹੜਾ ਸੁਲਤਾਨਪੁਰ ਲੋਧੀ ਦਾ ਜਿਹੜਾ ਪੁਲਿਸ ਸਟੇਸ਼ਨ ਆ ਉਹਦੀ ਬਿਲਡਿੰਗ ਇਹਦੇ ਵਿੱਚ ਬਣੀ ਹੋਈ ਆ, ਕੁਝ ਨਵੀਂ ਬਿਲਡਿੰਗ ਆ। ਪਰ ਜੇ ਮੈਂ ਅੱਗੇ ਤੁਹਾਨੂੰ ਲੈ ਕੇ ਜਾਵਾਂ ਤੇ ਅੱਗੇ ਦਿਖਾ ਦੇਵਾਂ, ਖੱਬੇ ਹੱਥ ਇੱਕ ਅੱਗੇ ਹੋਰ ਬਿਲਡਿੰਗ ਆ, ਪਰ ਇੱਥੇ ਦੋ ਤਰ੍ਹਾਂ ਦਾ ਸੁਮੇਲ ਮਿਲਦਾ। ਇੱਕ ਤਾਂ ਮੁਗਲਾਂ ਵੇਲੇ ਦਾ ਸਟਰਕਚਰ ਹੈ ਜਿਹੜਾ ਤੁਸੀਂ ਪਹਿਲਾਂ ਦਰਵਾਜ਼ਾ ਦੇਖਿਆ, ਉਸ ਤੋਂ ਅਗਲਾ ਦਰਵਾਜ਼ਾ ਵੀ ਦਿਖਾਵਾਂਗੇ। ਪਰ ਖੱਬੇ ਹੱਥ ਜਿਹੜੀ ਬਿਲਡਿੰਗ ਬਣੀ ਹੋਈ ਆ ਇਹ ਅੰਗਰੇਜ਼ਾਂ ਦੇ ਵੇਲੇ ਦੀ ਆ। ਅੰਗਰੇਜ਼ੀ ਵੀ ਜਦੋਂ ਭਾਰਤ ਦੇ ਵਿੱਚ ਆਏ ਸੀ ਤੇ ਉਹਨਾਂ ਨੇ ਵੀ ਇਸ ਕਿਲ੍ਹੇ ਨੁਮਾ ਜਿਹੜੀ ਇਮਾਰਤ ਨੂੰ ਪ੍ਰਸ਼ਾਸਨਿਕੀ ਕੰਮਾਂ ਦੇ ਲਈ ਵਰਤਿਆ ਸੀ ਤੇ ਉਹਨਾਂ ਨੇ ਵੀ ਕੁਝ ਜਿਹੜਾ ਇੱਥੇ ਸਟਰਕਚਰ ਬਣਾਇਆ ਸੀ। ਤੁਸੀਂ ਦੇਖ ਸਕਦੇ ਹੋ ਕਿ ਅੰਗਰੇਜ਼ਾਂ ਦੇ ਜ਼ਮਾਨੇ ਦਾ ਵੀ ਜਿਹੜਾ ਇੱਥੇ ਤੁਹਾਨੂੰ ਮਿਲੂਗੀ ਬਿਲਡਿੰਗ, ਔਰ ਦੂਜੇ ਪਾਸੇ ਮੁਗਲ ਸਾਮਰਾਜ ਦੇ ਵੇਲੇ ਦੀ ਉਸ ਡਿਜ਼ਾਈਨ ਦੀ ਵੀ ਜਿਹੜੀਆਂ ਬਿਲਡਿੰਗਾਂ ਤੁਹਾਨੂੰ ਮਿਲਣਗੀਆਂ। ਸੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਹ ਮਸਜਿਦ ਮੌਜੂਦ ਹੈ ਔਰ ਜਿਹੜੀ ਬਿਲਡਿੰਗ ਸਾਹਮਣੇ ਤੁਹਾਨੂੰ ਕੁਝ ਢੱਠੀ ਹੋਈ ਦਿਖ ਰਹੀ ਆ, ਖਸਤਾ ਹਾਲਤ ਦੇ ਵਿੱਚ ਆ, ਇਹ ਉਸ ਵੇਲੇ ਦਾ ਮਸਜਿਦ ਦੇ ਬਿਲਕੁਲ ਸਾਹਮਣੇ ਮਦਰਸਾ। ਉਸ ਵੇਲੇ ਇਹੀ ਹੁੰਦਾ ਸੀ ਕਿ ਮਸਜਿਦਾਂ ਦੇ ਵਿੱਚ ਮਦਰਸੇ ਮੌਜੂਦ ਹੁੰਦੇ ਸੀ ਜਿੱਥੇ ਮੁਸਲਮਾਨ ਭਾਈਚਾਰੇ ਦੇ ਲੋਕ ਜਾਂ ਬੱਚੇ ਜਿਹੜੇ ਆ ਸਿੱਖਿਆ ਹਾਸਲ ਕਰਦੇ ਸੀ। ਸੋ ਇਹ ਬਿਲਡਿੰਗ ਜਿਹੜੀ ਆ ਇਹ ਮਦਰਸਾ ਹੈ ਜਿੱਥੇ ਕਿਹਾ ਜਾ ਰਿਹਾ ਕਿ ਦਾਰਾਸ਼ਕੋ ਔਰੰਗਜ਼ੇਬ ਦੇ ਵਕਤ ਦਾ ਜਿਹੜਾ ਸਮਾਂ ਉਹਨਾਂ ਨੇ ਇਸ ਮਦਰਸੇ ਦੇ ਵਿੱਚੋਂ ਪੜ੍ਹਾਈ ਕੀਤੀ ਸੀ। ਹੁਣ ਫਿਰ ਤੋਂ ਇਹਨੂੰ ਰੈਨੋਵੇਟ ਕੀਤਾ ਜਾ ਰਿਹਾ ਔਰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿੰਨੀ ਕੁ ਬਿਲਡਿੰਗ ਬਚੀ ਆ। ਔਰ ਇੱਥੇ ਦੀ ਜਿਹੜੀ ਸਭ ਤੋਂ ਖੂਬਸੂਰਤ ਤੇ ਖਾਸ ਗੱਲ ਜਿਹੜਾ ਮੈਂ ਸ਼ੁਰੂਆਤੀ ਦੌਰ 'ਚ ਕਹਿਣਾ ਭੁੱਲ ਗਈ ਸੀ ਉਹ ਇਹ ਹੈ ਕਿ ਇਹ ਮਸਜਿਦ ਜਿਸ ਰੂਪ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹਦੀ ਹਾਲਤ ਵੀ ਕੁਝ ਜਿਹੜੀਆਂ ਪਿੱਛੇ ਤੁਸੀਂ ਬਿਲਡਿੰਗ ਦੇਖ ਕੇ ਆਏ ਹੋ ਉਦਾਂ ਦੀ ਹੋ ਗਈ ਸੀ। ਪਰ ਸਿੱਖ ਜਿਹੜੀ ਕੌਮ ਹੈ ਉਹ ਹਮੇਸ਼ਾ ਤੋਂ ਮੁਸਲਮਾਨ ਭਾਈਚਾਰੇ ਨੂੰ ਬਹੁਤ ਪਿਆਰ ਦੀ ਰਹੀ ਆ, ਬਹੁਤ ਸਤਿਕਾਰ ਦੀ ਰਹੀ ਆ ਤੇ ਉਹਦੀ ਇੱਕ ਬਹੁਤ ਖੂਬਸੂਰਤ ਜਿਹੀ ਐਗਜ਼ਾਮਪਲ ਇੱਥੇ ਮਿਲਦੀ ਆ। ਇੱਥੋਂ ਦੇ ਸੁਲਤਾਨਪੁਰ ਲੋਧੀ ਦੇ ਵਸਨੀਕ ਆ ਜਿਹੜੇ ਕਿ ਬਰੈਂਪਟਨ ਦੇ ਵਿੱਚ ਜਾ ਕੇ ਉਹਨਾਂ ਦਾ ਟਰੱਕਾਂ ਦਾ ਕਾਰੋਬਾਰ ਔਰ ਉੱਥੇ ਜਾ ਕੇ ਆਪਣੇ ਪਰਿਵਾਰ ਸਮੇਤ ਰਹਿੰਦੇ ਆ। ਪਰ ਉਹ ਜਦੋਂ ਇੱਥੇ ਆਏ ਆ ਅੰਗਰੇਜ਼ ਸਿੰਘ ਸਿੱਧੂ
ਜਿਨ੍ਹਾਂ ਨੇ ਇਹਨੂੰ ਰੈਨੋਵੇਟ ਕਰਾਇਆ। ਔਰ ਇਹ ਜਿਹੜੀ ਤੁਸੀਂ ਹੁਣ ਤਸਵੀਰ ਦੇਖ ਰਹੇ ਹੋ ਮਸਜਿਦ ਦੀ, ਉਹ ਇਹਨਾਂ ਦੀ ਦੇਣ ਆ ਤੇ ਇਹਨਾਂ ਦੇ ਨਾਲ ਅਸੀਂ ਗੱਲਬਾਤ ਵੀ ਕਰਦੇ ਆ। ਮੈਨੂੰ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਇਹ ਵੀ ਮੈਂ ਜ਼ਰੂਰ ਤੁਹਾਨੂੰ ਦਿਖਾਉਂਗੀ ਕਿ ਪਹਿਲਾਂ ਜਿਹੜੇ ਕਿਵੇਂ ਦੇ ਹਾਲਾਤ ਹੁੰਦੇ ਸੀ। ਸੋ ਸਤਿ ਸ਼੍ਰੀ ਅਕਾਲ। ਜਦੋਂ ਦੇ ਤੁਸੀਂ ਆਏ ਹੋ, ਮੇਰੀ ਪਹਿਲਾਂ ਤੁਹਾਡੇ ਨਾਲ ਗੱਲਬਾਤ ਹੋਈ ਆ ਕਿ ਤੁਸੀਂ ਇਸ ਵਾਰੀ ਜਿਹੜਾ ਤੁਹਾਡਾ ਟ੍ਰਿਪ ਰਿਹਾ ਉਹ 2 ਸਾਲ ਦਾ ਰਿਹਾ ਤਕਰੀਬਨ। 2 ਸਾਲ ਦਾ। ਇੱਕ ਤਾਂ ਮੈਨੂੰ ਥੋੜਾ ਬਹੁਤ ਇਹਦੇ ਇਤਿਹਾਸ ਬਾਰੇ ਜ਼ਰੂਰ ਦੱਸੋ, ਜਿੰਨੀ ਕਿ ਮੈਨੂੰ ਜਾਣਕਾਰੀ ਸੀ ਮੈਂ ਦੱਸਿਆ। ਇਹ ਆਪਣਾ ਕਹਿ ਸਕਦੇ ਕਿ ਧਿਆਨ ਖਿੱਚਦੀਆਂ ਇਹ ਬਿਲਡਿੰਗਾਂ ਹਨਾ, ਕਿਉਂਕਿ ਸਾਡੇ ਗੁਰੂ ਸਾਹਿਬ ਦੇ ਚਰਨ ਪਏ ਹੋਏ ਆ ਤੇ ਸੁਲਤਾਨਪੁਰ ਦੀ ਤਾਂ ਸਾਰੀ ਧਰਤੀ ਤੇ ਕਹਿ ਸਕਦੇ ਆ ਕਿ ਚੱਪੇ ਚੱਪੇ ਤੇ ਉਹਨਾਂ ਦਾ ਕਰਮ ਹੈ। ਪਰ ਇਸ ਮਸਜਿਦ ਦਾ ਇਤਿਹਾਸ ਤੇ ਤੁਸੀਂ ਇਹਨੂੰ ਕਿਵੇਂ ਇਸ ਹਾਲਤ 'ਚ ਲੈ ਕੇ ਆਂਦਾ ਤੇ ਇਹ ਕੀ ਚੀਜ਼ ਹੈ? ਮਸਜਿਦ ਦੇ ਆਪਣਾ ਜੀ ਜਿਹੜਾ ਕਿਲਾ ਸੀ ਜੀ, ਇਹ ਨਵਾਬ ਦੌਲਤ ਖਾਂ ਦੇ ਵੇਲੇ ਦਾ ਜੀ। ਇਹ ਹੈ ਤੇ ਸਾਰਾ ਮੁਗਲ, ਸਾਰੀਆਂ ਨਿਸ਼ਾਨੀਆਂ ਨੇ ਮੁਗਲ ਸਾਮਰਾਜ ਦੀਆਂ। ਇਹਦੇ ਵਿੱਚ ਹੀ ਇਹ ਉਹਨਾਂ ਦੀ ਸ਼ਾਹੀ ਮਸਜਿਦ ਸੀ, ਜਿਹਦੇ ਵਿੱਚ ਮਹਾਰਾਜ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਨਵਾਬ ਦੌਲਤ ਖਾਂ ਨੇ ਬੁਲਾਇਆ ਸੀ ਵੀ ਤੁਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਜੋ, ਸਾਰੇ ਧਰਮਾਂ ਨੂੰ ਪਿਆਰ ਕਰਦੇ ਜੋ, ਤੇ ਕਿਰਪਾ ਕਰਕੇ ਸਾਡੇ ਨਾਲ ਨਮਾਜ਼ ਵਿੱਚ ਹੀ ਸ਼ਾਮਲ ਹੋ। ਤੇ ਮਹਾਰਾਜ ਨੇ ਫਿਰ ਨਮਾਜ਼ 'ਚ ਆਉਣਾ ਮਨਜ਼ੂਰ ਕਰ ਲਿਆ। ਜਦੋਂ ਇੱਥੇ ਨਮਾਜ਼ ਦੀ ਇਸ ਜਿਹੜੀ ਮਸਜਿਦ ਤੁਸੀਂ ਦੇਖ ਰਹੇ ਜੋ, ਇਹਦੇ ਵਿੱਚ ਜਦੋਂ ਨਮਾਜ਼ ਸ਼ੁਰੂ ਹੋਈ ਤੇ ਮਹਾਰਾਜ ਅਡੋਲ ਖੜੇ ਸੀ, ਜਿੱਦਾਂ ਤਸਵੀਰ ਦੇ ਵਿੱਚ ਤੁਸੀਂ ਵੇਖੋਗੇ। ਤੇ ਜਦੋਂ ਉਹ ਬਾਰ-ਬਾਰ ਤੱਕਦੇ ਵੀ ਸੀ ਨਵਾਬ ਸਾਹਿਬ, ਕਾਜੀ, ਸ਼ਾਹੀ ਇਮਾਮ ਜੀ, ਕਿ ਮਹਾਰਾਜ ਗੁਰੂ ਨਾਨਕ ਸਾਹਿਬ ਦਿਲਚਸਪੀ ਨਹੀਂ ਲੈ ਰਹੇ, ਸਿਰਫ ਇਹਨਾਂ ਨੇ ਫਾਰਮੈਲਿਟੀ ਪੂਰੀ ਕੀਤੀ, ਸਾਡਾ ਮੰਨ ਲਿਆ ਪਰ ਦਿਲਚਸਪੀ ਨਹੀਂ ਦਿਖਾ ਰਹੇ। ਜਦੋਂ ਨਮਾਜ਼ ਮੁਕੰਮਲ ਹੋਈ ਉਹਨਾਂ ਨੇ ਬਾਅਦ 'ਚ ਆਖਿਆ ਵੀ ਤੁਸੀਂ ਠੀਕ ਹੈ ਸ਼ਾਮਲ ਤਾਂ ਹੋਏ ਜੇ, ਪਰ ਤਨੋਂ ਮਨੋਂ ਸ਼ਾਮਲ ਨਹੀਂ ਹੋਏ। ਮਹਾਰਾਜ ਕਹਿਣ ਲੱਗੇ ਨਹੀਂ, ਨਮਾਜ਼ 'ਚ ਮੈਂ ਤਾਂ ਹੀ ਸ਼ਾਮਲ ਹੁੰਦਾ ਜੇ ਕੋਈ ਹੋਰ ਹਾਜ਼ਰ ਹੁੰਦਾ। ਨਵਾਬ ਸਾਹਿਬ ਕਹਿੰਦੇ ਮੈਂ ਹਾਜ਼ਰ ਸੀ, ਕਹਿੰਦੇ ਤੁਸੀਂ ਤਨ ਕਰਕੇ ਹਾਜ਼ਰ ਸੀ, ਮਨ ਤੇ ਤੁਹਾਡਾ ਘੋੜੇ ਦੇ ਵਪਾਰ 'ਚ ਲੱਗਾ ਸੀਗਾ ਵੀ ਉੱਧਰੋਂ ਕਦੇ ਠੱਗੀ ਨਾ ਹੋ ਜਾਵੇ। ਕਾਜੀ ਸਾਹਿਬ ਕਹਿੰਦੇ ਵੀ ਮੈਂ ਸੀ, ਕਹਿੰਦੇ ਤੁਹਾਡੇ ਘਰ ਤੇ ਘੋੜੀ ਸੂਈ, ਤੁਹਾਡਾ ਖਿਆਲ ਸੀ ਕਿਤੇ ਵਿਸ਼ੇਰੀ ਜਿਹੜੀ ਖੂਜ ਨਾ ਡਿੱਗ ਪਏ। ਤੇ ਜਿਹੜੇ ਦੋਵੇਂ ਸੀ ਆਗੂ, ਉਹਨਾਂ ਨੇ ਆਖਿਆ ਵੀ ਦਿਲ ਦੀਆਂ ਜਾਣਦੇ ਨੇ, ਇਸ ਕਰਕੇ ਫਿਰ ਇਹਦੀ ਮਹਾਨਤਾ ਇਹ ਵਧੀ ਵੀ ਇੱਥੇ ਇਸ ਮਸਜਿਦ ਚਰਨ ਪਾ ਕੇ ਮਹਾਰਾਜ ਨੇ ਦਿਲ ਦੀਆਂ ਜਾਣੀਆਂ ਸੀਗੀਆਂ। ਉਹਨਾਂ ਨੇ ਆਖਿਆ ਵੀ ਇਹ ਤੇ ਸਾਖਸ਼ਾਤ ਜਿਹੜੇ ਪਰਮੇਸ਼ਰ ਆਪ ਖੜੇ ਨੇ। ਇਸ ਮਸਜਿਦ ਦੀ ਜਿਹੜੀ ਹੈ ਨਾ, ਇਹ ਹੈ ਇੱਥੋਂ ਦਾ ਇਤਿਹਾਸ ਜਿਹੜਾ ਇਹ ਸਾਹਮਣੇ ਹੈ। ਇਹ ਮਤਲਬ ਆਮ ਪੁੱਛਿਆ ਸੀ ਮੈਂ ਉਹਨਾਂ ਨੂੰ, ਮਲੇਰਕੋਟਲੇ ਵਾਲੇ ਪ੍ਰਧਾਨ ਜੀ ਉਹਨਾਂ ਨੂੰ, ਉਹ ਕਹਿੰਦੇ ਵੀ ਹਰ ਮਸਜਿਦ ਦੇ ਸਾਹਮਣੇ ਇੱਕ ਮਦਰਸਾ ਸੀ, ਜਿਹਨੂੰ ਮਦਰਸਾ ਕਹਿ ਸਕਦੇ ਹਾਂ, ਜਾਂ ਰਿਹਾਇਸ਼ ਹੁੰਦੀ ਥੋੜ੍ਹੀ ਬਹੁਤੀ ਆਪਣੇ ਦੀ ਮੌਲਵੀ ਦੀ ਜਾਂ ਹੋਰ ਜਿਹੜੇ ਕੋਈ ਇੱਥੋਂ ਦੇ ਜ਼ਿੰਮੇਵਾਰ ਹੋਣਗੇ, ਤੇ ਨਾਲ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਹੁੰਦਾ ਸੀਗਾ। ਇਹਦੀ ਇਹ ਆ ਮਹਾਨਤਾ। ਹਾਂਜੀ ਸਰ, ਇਹ ਰਾਜੇ ਮਹਾਰਾਜਿਆਂ ਦਾ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਜਿਨ੍ਹਾਂ ਦਾ ਇਹਦੇ ਨਾਲ ਲਿੰਕ ਜਿਹੜਾ ਦੱਸਿਆ ਜਾ ਰਿਹਾ, ਉਹ ਕੌਣ ਸੀ? ਉਹ ਇਹਨਾਂ ਆਪਣੇ ਔਰੰਗਜ਼ੇਬ ਔਰ ਦਾਰਾ ਸ਼ਿਕੋ ਬਚਪਨ ਦੇ ਵਿੱਚ ਇਸ ਜਗ੍ਹਾ ਤੇ ਪੜ੍ਹਦੇ ਰਹੇ। ਇੱਥੋਂ ਦੀ ਪੜ੍ਹਾਈ ਦਾ ਬਹੁਤ ਮਿਆਰ ਉੱਚਾ ਹੋਊਗਾ। ਹਾਂਜੀ, ਤਾਂ ਹੀ ਇੱਕ ਬਾਦਸ਼ਾਹ ਨੇ ਆਪਣੇ ਲੜਕਿਆਂ ਨੂੰ ਇੱਥੇ ਭੇਜਿਆ ਵੀ ਇਹਨਾਂ ਨੂੰ ਚੰਗੀ ਤਾਲੀਮ ਦਿੱਤੀ ਜਾ ਸਕੇ। ਇਹਦਾ ਕਰਕੇ ਫਿਰ ਇਹਦਾ ਇਤਿਹਾਸ ਤੇ ਇਹ ਹੈ ਜੀ, ਮਸਜਿਦ ਦਾ ਇਤਿਹਾਸ ਇਹੋ ਹੀ ਜਿਹੜਾ ਵੀ ਮਹਾਰਾਜ ਸ਼ਾਮਲ ਹੋਏ ਜੀ। ਅਸੀਂ ਪੂਰੀ ਬਿਲਡਿੰਗ ਦਾ ਜ਼ਿਕਰ ਕਰੀਏ, ਪਿੱਛੇ ਮਸਜਿਦ ਹੈ, ਇਹ ਮਦਰਸਾ ਹੈ, ਔਰ ਪਿੱਛੇ ਮੈਂ ਦਿਖਾ ਕੇ ਆਈ ਹਾਂ ਕਿ ਅੰਗਰੇਜ਼ਾਂ ਵੇਲੇ ਦਾ ਕੁਝ ਪ੍ਰਸ਼ਾਸਕੀ ਢਾਂਚਾ ਹੈਗਾ। ਔਰ ਜਿਹੜਾ ਪਹਿਲਾ ਗੇਟ ਆ ਤੇ ਇੱਧਰ ਵੀ ਸੇਮ, ਇਹ ਕੁਝ ਵੱਡਾ ਗੇਟ ਬਣਿਆ ਹੋਇਆ ਹੈ, ਇਹ ਕੁਝ ਛੋਟਾ ਹੈ। ਇਹਦੇ ਬਾਰੇ ਚ ਦੱਸੋਗੇ ਕਿ ਇਹ ਜਿਹੜੇ ਮੁਗਲ ਰਾਜ ਦੀਆਂ ਨਿਸ਼ਾਨੀਆਂ ਨੇ ਜੀ। ਸਿਰਫ ਇਹ ਵੱਡਾ ਗੇਟ, ਇਹਨੂੰ ਇਹ ਲਾਹੌਰੀ ਗੇਟ ਕਹਿੰਦੇ ਸੀ, ਇੱਧਰ ਇਹਨੂੰ ਦਿੱਲੀ ਗੇਟ ਕਹਿੰਦੇ ਸੀ। ਜਾਂ ਥੋੜੇ ਜਿਹੇ ਉਹ ਬਚੇ ਨੇ ਨਿਸ਼ਾਨ ਜੇ ਕਿਲੇ ਦੇ, ਜਿਹੜਾ ਰੈਨੋਵੇਟ ਹੋ ਰਿਹਾ ਵਾ। ਇਹ ਇਹਦਾ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਛੋਟੀਆਂ ਹੋਣਗੀਆਂ ਉਹ ਸਾਰੀਆਂ ਢਹਿ ਚੁੱਕੀਆਂ ਸੀ। ਇਹ ਹੁਣ ਤੱਕ ਅਣਦੇਖਾ ਕਿਉਂ ਰਿਹਾ? ਕਿਉਂਕਿ ਇਹ ਮਸਜਿਦ ਦਾ ਤਾਂ ਤੁਸੀਂ ਦੇਖਭਾਲ ਕਰ ਲਈ, ਸ਼ਾਇਦ ਇਹ ਸਾਡੇ ਕੋਲ ਇਹ ਨਿਸ਼ਾਨੀ ਬਚਦੀ ਵੀ ਨਾ, ਪਰ ਇਹ ਹੁਣ ਤੱਕ ਕਿਉਂ ਅਣਗੌਲਾ ਰਿਹਾ? ਹੁਣ ਇੰਨਾ ਲੇਟ ਕਿਉਂ ਕੰਮ ਹੋ ਰਿਹਾ? ਇਹ ਜੀ ਪੁਰਾਤਨ ਵਿਭਾਗ ਹੈ ਨਾ ਤੇ ਆਪ ਕਰਨ ਦਿੰਦਾ, ਨਾ ਕਰਦਾ, ਨਾ ਕਿਸੇ ਨੂੰ ਕੁਝ ਕਰਨ ਦਿੰਦਾ। ਜੇ ਕੋਈ ਕਰਨਾ ਹੋਵੇ ਤੇ ਉਹਨਾਂ ਨਾਲ ਫਿਰ ਪਹਿਲਾਂ ਉਹਨਾਂ ਦੀ ਪੂਜਾ ਕਰਨੀ ਪੈਂਦੀ ਹੈ, ਫਿਰ ਹੀ ਉਹ ਕਿਸੇ ਚੀਜ਼ ਨੂੰ ਹੱਥ ਲਾਉਣ ਦੇ। ਇਸ ਕਰਕੇ ਕੋਈ ਛੇਤੀ ਆਉਂਦਾ ਹੀ ਨਹੀਂਗਾ। ਇਹ ਤਾਂ ਹੁਣ ਸਰਕਾਰੀ ਠੇਕਾ ਹੋਇਆ ਜੀ, ਉਹਦੀ ਵਜ੍ਹਾ ਕਰਕੇ ਰੈਨੋਵੇਟ ਹੋਣ ਲੱਗਾ। ਪਤਾ ਨਹੀਂ ਕਿੰਨੇ ਦਾ ਹੋਇਆ, ਇਹ ਤੇ ਪੱਕਾ ਪਤਾ ਨਹੀਂ ਹੈ। ਤੁਹਾਨੂੰ ਕੋਈ ਅੜਚਨ ਆਈ ਜਦੋਂ ਤੁਸੀਂ ਇਸ ਮਸਜਿਦ ਨੂੰ ਰੈਨੋਵੇਟ ਕਰਨ ਦੀ ਕੋਸ਼ਿਸ਼? ਹਾਂਜੀ, ਪੁਰਾਤਨ ਵਿਭਾਗ ਨੇ ਡੱਕਦਾ ਸੀ ਆ ਕੇ ਵੀ ਤੁਸੀਂ ਇਹ ਨਹੀਂ ਕਰ ਸਕਦੇ। ਤੇ ਅਸੀਂ ਉਹਨੂੰ ਕਿਹਾ ਵੀ ਉਹ ਹੈ ਸਿੱਖ ਸੀਗਾ ਉਹ। ਮੈਂ ਕਿਹਾ ਵੀ ਇਹ ਆਪ ਤੁਸੀਂ ਕਰਨਾ ਨਹੀਂ, ਸਾਨੂੰ ਤੁਸੀਂ ਕਰਨ ਨਹੀਂ ਦੇਣਾ। ਇਹ ਤੇ ਇੱਕ ਅੱਧੀ ਛਮਾਈ ਹੋਰ ਰਹਿ ਗਈ ਤੇ ਇਹ ਡਿੱਗ ਪੈਣੀ ਆ। ਜਦੋਂ ਇੱਕ ਵਾਰ ਡਿੱਗ ਪਈ ਮੁੜ ਕੇ ਇਹਦਾ ਕਿਹਨੇ ਨਾਂ ਲੈਣਾ, ਫਿਰ ਤੇ ਗੱਲ ਹੀ ਖਤਮ ਹੋ ਜਾਣੀ ਆ। ਇਹਦੀ ਤੁਸੀਂ ਗੁੰਬਦਾਂ ਬਾਰੇ ਮੈਨੂੰ ਕੁਝ ਦੱਸ ਰਹੇ ਸੀਗੇ ਕਿ ਇੱਕ ਗੁੰਬਦ ਡਿੱਗ ਪਿਆ ਸੀਗਾ ਜੀ, ਲਹਿੰਦੇ ਦੱਖਣ ਦੀ ਬਾਈ ਵਾਲਾ, ਇਹ ਡਿੱਗ ਪਿਆ ਸੀ ਤੇ ਡਿੱਗਣੀ ਸ਼ੁਰੂ ਹੋ ਗਈ ਸੀਗੀ। ਇਹ ਤਾਂ ਹੁਣ ਸਮੇਂ ਸਿਰ ਇਹਦੀ ਰੈਨੋਵੇਸ਼ਨ ਸ਼ੁਰੂ ਹੋ ਗਈ। ਇੱਕ ਉੱਤੇ ਲੈਂਟਰ ਬਣ ਗਿਆ ਬਹੁਤ ਮਜ਼ਬੂਤ, ਬਨੇਰਿਆਂ ਦੇ ਲੈਂਟਰ ਵੱਜੇ ਨੇ ਬੀਮ, ਤਾਂ ਕਰਕੇ ਵੱਜੀ। ਉੱਦਾਂ ਬਨੇਰਾ ਨਹੀਂ ਵੱਜ ਸਕਦਾ, ਵਿਚਲਾ ਸਮਾਨ ਤੇ ਜਿੰਨਾ ਸੀ ਸੀਮੈਂਟ ਚੂਨਾ ਉਹ ਮਿੱਟੀ ਬਣ ਚੁੱਕਾ ਸੀਗਾ।
ਹਾਂਜੀ ਇਹਦਾ ਕਰਕੇ ਹੁਣ ਮਜ਼ਬੂਤ। ਇਹਦੇ ਵਿੱਚੋਂ ਜੇ ਆਪਾਂ ਵੈਸੇ ਤੁਸੀਂ ਪੁਰਾਣੀ ਇੱਟ ਵਗੈਰਾ ਕੁਝ ਬਚਿਆ ਜਾਂ ਫਿਰ ਟੋਟਲੀ ਸਾਰਾ ਹੀ ਕੁਝ ਨਵਾਂ? ਨਹੀਂ ਇਹਨਾਂ ਵਿੱਚੋਂ ਕੱਖ ਨਹੀਂ ਛੇੜਿਆ, ਸਿਰਫ ਉੱਤੋਂ ਇਹਦਾ ਨਾ ਕਰਕੇ ਦਰਜਾਂ ਨੂੰ ਸਾਫ਼ ਕਰਕੇ ਤੇ ਆਹ ਇਹਦੀਆਂ ਜਿਹੜੀਆਂ ਬਣੀਆਂ ਨੇ ਜਿਹਨੇ ਕਹਿੰਦੇ ਨੇ ਤਾਂ ਕਿਨਾਰੀਆਂ ਬਣੀਆਂ ਵਾ ਇਹਨਾਂ ਨੂੰ ਕੀਤਾ, ਜਿੱਦਾਂ ਗੋਲੇ ਬਣੇ ਨੇ ਸਾਰਾ ਕੁਝ ਇਹ ਬਣਾਇਆ ਵਾ, ਹੋਰ ਛੇੜਿਆ ਨਹੀਂ ਕੁਝ ਵੀ, ਜਿੱਦਾਂ ਰਿਹਾ ਉਦਾਂ ਹੀ ਆ। ਜਦੋਂ ਅਸੀਂ ਅੰਦਰ ਦਰਸ਼ਨ ਕਰਨ ਗਏ ਤੁਸੀਂ ਦੱਸਦੇ ਸੀਗੇ ਵੀ ਇੱਕ ਜਿਹੜੇ ਉਹ ਪਤਾ ਨਹੀਂ ਉਸ ਇਸਲਾਮਿਕ ਭਾਸ਼ਾ ਦੇ ਵਿੱਚ ਕਹਿੰਦੇ ਕੀ ਆ, ਸਾਨੂੰ ਤਾਂ ਇਹ ਨਹੀਂ ਪਤਾ, ਪਰ ਤੁਸੀਂ ਕਿਹਾ ਸੀਗਾ ਕਿ ਆਮ ਤੌਰ ਤੇ ਮਸਜਿਦਾਂ ਇੱਕ ਹੁੰਦੇ ਆ ਔਰ ਮਲੇਰਕੋਟਲਿਆਂ ਨੂੰ ਤਾਂ ਤਿੰਨ ਨੇ। ਵੱਡੀ ਮਸਜਿਦ ਸੀ, ਵੱਡੀ ਹੋਣ ਕਰਕੇ ਇਹਦੇ ਤਿੰਨ ਗੁੰਮਟ ਨੇ, ਆਮ ਇੱਕ ਹੀ ਗੁੰਮਟ ਹੁੰਦਾ। ਇਹ ਜਿੰਨੀ ਵੱਡੀ ਮਸਜਿਦ ਉਹਨਾਂ ਫੇ ਜ਼ਿਆਦਾ ਤੇ ਫੇ ਉਹ ਇਸਲਾਮ ਵਾਲੇ ਜਾਣਦੇ ਨੇ। ਹਾਲਾਂਕਿ ਜਿਹੜੇ ਤਰਕਵਾਦੀ ਲੋਕ ਆ ਜਾਂ ਸ਼ਾਇਦ ਅਸੀਂ ਵੀ ਇਹ ਚੀਜ਼ਾਂ ਐਕਸੈਪਟ ਨਹੀਂ ਕਰਾਂਗੇ, ਪਰ ਮੈਂ ਜ਼ਰੂਰ ਜਾਣਨਾ ਚਾਹੁੰਦੀ ਹਾਂ, ਤੁਸੀਂ ਪਿੱਛੇ ਵੀ ਕੁਝ ਦੱਸ ਰਹੇ ਸੀਗੇ ਕਿ ਕੋਈ ਚੀਜ਼ ਸੀਗੀ ਜਿਹੜੀ ਕੋਈ ਪੁਰਾਣੇ ਮੌਲਵੀ ਦੀ ਸ਼ਾਇਦ ਕੋਈ ਕਬਰ ਸੀ, ਉਹ ਜੀ ਉਹ ਮਤਲਬ ਨੱਪੀ ਗਈ ਸੀ, ਉਹ ਰੈਕਗਨਾਈਜ਼ ਹੋ ਨਹੀਂ ਸੀ ਪਾਈ। ਫਿਰ ਤੁਸੀਂ ਦੱਸ ਰਹੇ ਸੀ ਕਿ ਇੱਥੇ ਕੋਈ ਦਿੱਕਤਾਂ ਖੜੀਆਂ ਹੋ ਗਈਆਂ ਸੀ ਜਿਹਦੇ ਨਾਲ ਬਾਅਦ ਚ ਉਹ ਮੈਨੂੰ ਜ਼ਰੂਰ ਕਹਾਣੀ ਦੱਸੋ ਕਿ ਹੋਇਆ ਕੀ ਸੀ। ਅਕਸਰ ਹੁਣ ਤੁਸੀਂ ਆਪ ਹੀ ਸੋਚ ਸਕਦੇ ਜੇ ਵੀ ਐਡੇ ਵੱਡੇ ਕਿਲੇ ਦੇ ਵਿੱਚ ਹੋਰ ਤੇ ਕਿਸੇ ਦੀ ਕਬਰ ਹੈ ਨਹੀਂ ਗੀ, ਸਿਰਫ ਇੱਕ ਬੰਦੇ ਦੀ ਆ ਜਿਹੜਾ ਕੋਈ ਬਹੁਤ ਪਹੁੰਚਿਆ ਹੋਊਗਾ। ਉਹ ਸਾਨੂੰ ਤੇ ਉਹ ਦੱਸਿਆ ਗਿਆ ਵੀ ਸ਼ਾਹੀ ਇਮਾਮ ਦੀ ਸੀਗੀ। ਜਦੋਂ ਪਰ ਤੁਹਾਨੂੰ ਕਿਵੇਂ, ਕਿਉਂਕਿ ਉਹ ਤਾਂ ਦੱਬੀ ਹੋਈ ਸੀ, ਪਤਾ ਕਿਵੇਂ ਲੱਗਿਆ, ਹੋਣ ਕੀ ਲੱਗ ਗਿਆ? ਮੁਲਾਜ਼ਮਾਂ ਨੂੰ ਉਹ ਤੇ ਭਾਰ ਪੈਂਦਾ ਸੀਗਾ, ਫਿਰ ਉਹਨਾਂ ਪੁੱਛਿਆ ਵੀ ਇਹ ਹੁਣ ਵੀ ਇਹਦਾ ਕੀ ਹੱਲ ਹੋਵੇ। ਫਿਰ ਕਿ ਸਿਆਣੇ ਆ ਕੇ ਦੱਸਿਆ ਵੀ ਇੱਥੇ ਜਗ੍ਹਾ ਨੱਪੀ ਪਈ ਆ, ਉਹਨੂੰ ਨੰਗਿਆਂ ਕਰੋ ਔਰ ਜਿਸ ਹਿਸਾਬ ਨਾਲ ਉਹ ਕਹਿੰਦੇ ਨੇ ਉਦਾਂ ਹੀ ਬਣਾ ਦਿਓ। ਫਿਰ ਉਦਾਂ ਉਹ ਜਗ੍ਹਾ ਪਿੱਛੇ ਤੁਸੀਂ ਬਣਾਈ ਆ? ਨਹੀਂ ਅਸਾਂ ਨਹੀਂ ਬਣਾਈ, ਪਹਿਲਾਂ ਬਣਾਈ ਸੀ, ਡੀਐਸਪੀ ਸਾਹਿਬ ਨੇ ਬਣਾਈ ਸੀ ਉਹ। ਹਾਂਜੀ ਉਹ ਹਜੇ ਮੌਜੂਦ ਹੈ? ਬਿਲਕੁਲ ਉਹ ਨਵੀਂ ਬਣੀ ਹੈ, ਉਹ ਤੇ ਇਦਾਂ ਰਹਿਣੀ ਵਧੀਆ ਰਹਿਣੀ ਹੈ। ਹਾਂਜੀ ਹੋਰ ਜਿਹੜੀਆਂ ਖਾਸ ਕੋਈ ਚੀਜ਼ ਜਿਹੜੀ ਹੋਵੇ, ਕਿਉਂਕਿ ਲੋਕਾਂ ਦਾ ਤਾਂ ਜਿਵੇਂ ਇੱਥੇ ਸੁਲਤਾਨਪੁਰ ਲੋਧੀ ਸਾਹਿਬ ਦੇ ਵਿੱਚ ਤਾਂ ਵੈਸੇ ਗੁਰਦੁਆਰਾ ਸਾਹਿਬ ਬਹੁਤ ਸਾਰੇ ਮੌਜੂਦ ਆ, ਜਦੋਂ ਕੋਈ ਸਮਾਗਮ ਹੁੰਦੇ ਆ ਲੋਕਾਂ ਦਾ ਧਿਆਨ ਹੁੰਦਾ ਇੱਧਰ ਨੂੰ, ਤੁਸੀਂ ਦੇਖਿਆ ਹੋਊਗਾ 2 ਸਾਲਾਂ ਹੁਣ ਇਹਦਾ ਪ੍ਰਚਾਰ ਬਹੁਤ ਹੋ ਚੁੱਕਾ ਨਾ, ਨੈਟ ਦੇ ਉੱਤੇ ਸਾਨੂੰ ਪਤਾ ਲੱਗ ਚੁੱਕਾ ਵੀ ਜਿੱਥੇ ਮਹਾਰਾਜ ਦੇ ਚਰਨ ਪਏ ਸੀ ਨਮਾਜ਼ ਦੇ ਵਿੱਚ, ਉਹ ਇਹੋ ਹੀ ਹੈ ਜੀ ਜੋ ਥਾਣੇ ਦੇ ਵਿੱਚ ਸਥਿਤ ਆ। ਇਸ ਕਰਕੇ ਲੋਕ ਆਉਂਦੇ ਨੇ, ਦਰਸ਼ਨ ਕਰਦੇ ਨੇ, ਇੱਥੇ ਆਪਣੀ ਮੰਨਤਾਂ ਮੰਨਦੇ ਨੇ। ਹਾਂਜੀ ਲੋਕਾਂ ਦੀਆਂ ਪੂਰੀਆਂ ਵੀ ਹੁੰਦੀਆਂ ਨੇ। ਹਾਂਜੀ ਦੱਸਦੇ ਨੇ ਲੋਕ ਵੀ ਅਸੀਂ ਇੱਥੇ ਆਹ ਅਰਦਾਸ ਕੀਤੀ ਸਾਡੀ ਪੂਰੀ ਹੋਈ। ਹਾਂਜੀ ਇਹ ਮੇਰੇ ਲਈ ਸਭ ਤੋਂ ਵਿਲੱਖਣ ਚੀਜ਼ ਹੈ ਕਿ ਮਸਜਿਦ ਦੀ ਜਿਹੜੀ ਸੇਵਾ ਹੈ ਉਹ ਇੱਕ ਸਿੱਖ ਸਰਦਾਰ ਆਦਮੀ ਕਰਦਾ ਹੈ। ਕੁਝ ਦਿਨ ਪਹਿਲਾਂ ਹੀ ਮੈਂ ਦਿੱਲੀ ਦੇ ਵਿੱਚ ਮੌਜੂਦ ਸੀ, ਅਫਗਾਨਿਸਤਾਨ ਤੋਂ ਕੁਝ ਲੋਕ ਜਿਹੜੇ ਆਏ ਆ ਤੇ ਉੱਥੇ ਇੱਕ ਐਸਾ ਪਰਿਵਾਰ ਉਹਨਾਂ ਨੂੰ ਮਿਲੀ ਸੀ, ਇੱਕ ਔਰਤ ਨੂੰ ਜਿਹਦਾ ਭਾਈ ਮਰ ਚੁੱਕਿਆ ਸੀ ਤੇ ਉਹ ਭਾਈ ਮੁਸਲਮਾਨ ਸੀ ਜਿਹੜਾ ਕਿ ਗੁਰਦੁਆਰਾ ਸਾਹਿਬ ਦੀ ਰਾਖੀ ਕਰਦਾ ਹੋਇਆ ਬਾਹਰ ਉੱਥੇ ਉਹਦੀ ਮੌਤ ਹੋਈ ਸੀ। ਸੋ ਇਹ ਇੱਕ ਬੜੀਆਂ ਸੋਹਣੀਆਂ ਜਿਹੀ ਐਗਜ਼ਾਮਪਲਾਂ ਲੱਗਦਾ ਕਿ ਇਹ ਚੀਜ਼ਾਂ ਜਿਹੜੀਆਂ ਸਾਡੇ ਭਾਈਚਾਰੇ ਨੂੰ ਵਾਪਸ ਜਿਹੜੇ ਲੋਕ ਫੁੱਟ ਪਾਉਣ ਦੀ ਕੋਸ਼ਿਸ਼ ਕਰਦੇ ਆ, ਕਦੀ ਜਾਤਾਂ ਦੇ ਨਾਮ ਤੇ ਕਦੀ ਧਰਮਾਂ ਦੇ ਨਾਮ ਤੇ, ਉਹਨਾਂ ਨੂੰ ਇੱਕ ਸੋਹਣਾ ਜਵਾਬ ਹੈ। ਨਹੀਂ ਉਹ ਸ਼ਾਇਰ ਨੇ ਲਿਖਿਆ ਜੀ ਮੱਝ ਵੀ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ। ਇਹ ਤੇ ਪਿਆਰ ਨੂੰ ਵਧਾਉਣ ਦੀਆਂ ਗੱਲਾਂ ਹੁੰਦੀਆਂ ਨੇ, ਲੋਕਾਂ ਨੇ ਲੜਾਈ ਦਾ ਮੋਢੀ ਧਰਮ ਨੂੰ ਬਣ ਲਿਆ, ਇਹ ਗਲਤ ਗੱਲ ਹੈ। ਇਹ ਰੁਝਾਨ ਨਹੀਂ ਹੋਣਾ ਚਾਹੀਦਾ। ਆਪਸੀ ਪਿਆਰ ਰੱਖਣਾ ਚਾਹੀਦਾ, ਧਰਮ ਜਿਸ ਨੂੰ ਮਰਜ਼ੀ ਮੰਨੋ, ਸਤਿਕਾਰ ਸਾਰਿਆਂ ਦਾ ਕਰੋ, ਮੈਂ ਤੇ ਇਹ ਗੱਲ ਕਹਿਣਾ। ਹਾਂਜੀ ਤੇ ਜਦੋਂ ਇੱਥੇ ਸੇਵਾ ਕਰਵਾ ਰਹੇ ਸੀ ਕੀ ਮਹਿਸੂਸ ਹੁੰਦਾ ਸੀ? ਮੁਸਲਮਾਨ ਭਾਈਚਾਰੇ ਦਾ ਵੀ ਇੱਕ ਪਿਆਰ ਤੇ ਇੱਕ ਗੁਰੂ ਸਾਹਿਬ ਦੀ ਵੀ ਉਹ ਤੇ ਬਹੁਤ ਕਰਦੇ ਨੇ। ਅਸੀਂ ਸੰਗਦੇ ਇੱਥੇ ਆਉਂਦੇ ਨੇ ਹਾਂ ਵੀ ਲੋਕੀ ਆਖਣਗੇ ਵੀ ਇਹ ਹੁਣ ਕੀ ਕਰਦੇ ਨੇ, ਇਹ ਹੁਣ ਮਸਜਿਦ ਦੇ ਵਿੱਚ ਆ ਕੇ ਬਹਿ ਗਏ ਆ, ਪਰ ਉਹ ਪਿਆਰ ਹੀ ਖਿੱਚ ਲਿਆਉਂਦਾ ਜੀ। ਹੁਣ ਲਿਖਿਆ ਵੀ ਹੋਇਆ ਵੀ ਸਿਮਰਨ ਕਰੋ ਆਪਣਾ ਜਿਹੜਾ ਮਨ ਚ ਤੇ ਇਕਾਗਰ ਕਰਕੇ। ਆਪਣੇ ਇੱਥੇ ਤੁਹਾਡੇ ਆਂਢ ਗੁਆਂਢ ਨੇ ਲੋਕਾਂ ਨੇ ਨਹੀਂ ਟੋਕਿਆ ਟਾਕਿਆ ਵੀ ਬਰੈਂਪਟਨ ਤੋਂ ਆ ਕੇ ਸਿੱਖ ਸਰਦਾਰ ਹੋ ਕੇ ਕੀ ਕਰਨ ਲੱਗੇ? ਇਦਾਂ ਨਹੀਂ ਗੱਲ ਹੋਈ, ਸਾਰੇ ਸਤਿਕਾਰ ਕਰਦੇ ਸੀ, ਸਾਰੇ ਪੁਲਿਸ ਮੁਲਾਜ਼ਮ ਬੜਾ ਪਿਆਰ ਕਰਦੇ ਸੀ। ਹੋਰ ਵੀ ਜਿਹੜੇ ਆਏ ਸੀ ਮੁਸਲਮ ਭਾਈਚਾਰੇ, ਉਹਨਾਂ ਨੇ ਬੜਾ ਐਪਰੀਸ਼ੀਏਟ ਕੀਤਾ, ਬਹੁਤ ਵੱਡੀ ਗੱਲ ਹੈ। ਸੋ ਇਹ ਅੰਗਰੇਜ਼ ਸਿੰਘ ਸਿੱਧੂ ਜਿਨ੍ਹਾਂ ਨੇ ਇਹਦੀ ਸੇਵਾ ਕੀਤੀ ਆ, ਹਾਲਾਂਕਿ ਅੰਦਰ ਕੋਈ ਬਹੁਤੇ ਕੋਈ ਅਵਸ਼ੇਸ਼ ਨਹੀਂ ਬਚੇ ਹੋਏ ਜਾਂ ਕਿਵੇਂ ਦੀਆਂ ਕੋਈ ਨਿਸ਼ਾਨੀਆਂ ਹੁੰਦੀਆਂ, ਪਰ ਇਸ ਬਿਲਡਿੰਗ ਨੂੰ ਜ਼ਰੂਰ ਇਹਨਾਂ ਨੇ ਸਾਂਭ ਲਿਆ। ਔਰ ਮੇਰੇ ਪਿੱਛੇ ਜਿਹੜੀ ਮਦਰਸੇ ਦੀ ਬਿਲਡਿੰਗ ਆ, ਪਿੱਛੇ ਵੀ ਕੋਸ਼ਿਸ਼ ਕਰਦੇ ਆ ਦਿਖਾਉਣ ਦੀ, ਜਿਹੜੀ ਸ਼ਾਹੀ ਇਮਾਮ ਦੀ ਜਿਹੜੀ ਕਬਰ ਦੱਸੀ ਜਾ ਰਹੀ ਹੈ, ਜਿਹਨੂੰ ਕਿ ਕੁਝ ਦੇਰ ਪਹਿਲਾਂ ਇਹਨਾਂ ਤੋਂ ਵੀ ਪਹਿਲਾਂ ਕਿਸੇ ਸੀਨੀਅਰ ਅਧਿਕਾਰੀ ਨੇ ਉਹਨੂੰ ਰੈਨੋਵੇਟ ਕਰਵਾਇਆ ਤੇ ਉਹਨੂੰ ਸਾਫ਼ ਕੀਤਾ ਤੇ ਉਸ ਤੋਂ ਬਾਅਦ ਉਸ ਦਰਵਾਜ਼ਾ ਜਿਹੜਾ ਪਿਛਲਾ ਦਰਵਾਜ਼ਾ ਉਹਦਾ ਵੀ ਜਿਹੜਾ ਤੁਹਾਨੂੰ ਜ਼ਰੂਰ ਦਿਖਾਵਾਂਗੇ। ਇਹ ਬਹੁਤ ਹੀ ਕਹਿ ਸਕਦੇ ਆ ਕਿ ਅਮੀਰ ਵਿਰਾਸਤ ਆ ਔਰ ਬੜੀ ਵੱਡੀ ਚੀਜ਼ ਆ। ਬਹੁਤ ਸਾਰੇ ਮੁਗਲ ਬਾਦਸ਼ਾਹ ਜਿਹੜੇ ਹੋਏ ਆ, ਈਵਨ ਕਿ ਸਾਡੇ ਗੁਰੂ ਸਾਹਿਬ, ਉਹਨਾਂ ਸਭ ਦਾ ਨਾਤਾ ਰਿਹਾ ਇਸ ਜਗ੍ਹਾ ਦੇ ਨਾਲ। ਪਰ ਕਹਿੰਦੇ ਹੁੰਦੇ ਆ ਕਿ ਦੇਰ ਆਏ ਦੁਰੁਸਤ ਆਏ, ਤੇ ਦੇਰ ਨਾਲ ਹੀ ਸਹੀ ਪੁਰਾਤੱਤਵ ਵਿਭਾਗ ਨੇ ਇਹਦੀ ਸਾਂਭ ਸੰਭਾਲ ਦਾ ਜ਼ਿੰਮਾ ਲਿਆ ਤੇ ਹੁਣ ਕਾਫੀ ਹੱਦ ਤੱਕ ਕੰਮ ਚੱਲ ਵੀ ਰਿਹਾ। ਸੋ ਚੰਗੀ ਚੀਜ਼ ਹੈ ਕਿ ਜੇ ਚੀਜ਼ਾਂ ਸਾਂਭੀਆਂ ਜਾਣ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਰੂਬਰੂ ਕੀਤੀਆਂ ਜਾਣ ਤੇ ਤਾਂ ਸ਼ਾਇਦ ਅਸੀਂ ਆਪਣੇ ਸੱਭਿਆਚਾਰ ਨੂੰ, ਆਪਣੇ ਇਤਿਹਾਸ ਨੂੰ ਜਿਉਂਦਾ ਰੱਖ ਸਕਦੇ ਹਾਂ, ਖਾਲੀ ਬੋਲਣ ਦੇ ਨਾਲ ਨਹੀਂ।
ਤੁਸੀਂ ਬਿਲਕੁਲ ਫਰੰਟ ਵਾਲਾ ਗੇਟ ਦੇਖਿਆ ਜਿਹਦੇ ਉੱਤੇ ਮਿਸਤਰੀ ਲੱਗੇ ਹੋਏ ਆ, ਕੰਮ ਕੀਤਾ ਜਾ ਰਿਹਾ, ਉਹਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਉਹਨੂੰ ਲਾਹੌਰੀਆ ਗੇਟ ਕਿਹਾ ਜਾਂਦਾ ਸੀ ਤੇ ਇਸ ਪਿਛਲੇ ਦਰਵਾਜ਼ੇ ਨੂੰ ਦਿੱਲੀ ਗੇਟ ਕਿਹਾ ਜਾਂਦਾ ਸੀ। ਸ਼ਾਇਦ ਇਹੀ ਵਜ੍ਹਾ ਕਿ ਦਿੱਲੀ ਔਰ ਲਾਹੌਰ ਰੋਡ ਦੇ ਉੱਤੇ ਮੌਜੂਦ ਸੀ ਔਰ ਦਿੱਲੀ ਤੋਂ ਲਾਹੌਰ ਜਾਣ ਵਾਲੇ ਲੋਕ ਜਿਹੜੇ ਅਕਸਰ ਇੱਥੇ ਰੁਕਦੇ ਸੀ। ਔਰ ਤੁਸੀਂ ਦੇਖਿਆ ਕਿ ਅੰਗਰੇਜ਼ਾਂ ਦੇ ਵੇਲੇ ਦੀਆਂ 20 ਬਿਲਡਿੰਗਾਂ ਇੱਥੇ ਮੌਜੂਦ ਨੇ ਔਰ ਮੁਗਲ ਸਾਮਰਾਜ ਦੇ ਵੇਲੇ ਦੀ 20 ਬਿਲਡਿੰਗ ਮੌਜੂਦ। ਔਰ ਗੁਰੂ ਨਾਨਕ ਸਾਹਿਬ ਦਾ ਜਿਹੜਾ ਨਾਤਾ ਇਹਦੇ ਨਾਲ ਹੈਗਾ, ਉਹ ਇੱਕ ਪੰਜਾਬੀ NRI ਦੀ ਕਹਿ ਸਕਦੇ ਕਿ ਕੋਸ਼ਿਸ਼ ਦੇ ਨਾਲ ਉਹ ਜਿਹੜੀ ਆ ਮਸਜਿਦ ਬਚਾਈ ਗਈ, ਉਹਨੂੰ ਰੈਨੋਵੇਟ ਕੀਤਾ ਗਿਆ ਤੇ ਉਸ ਕੋਸ਼ਿਸ਼ ਤੋਂ ਬਾਅਦ ਪੁਰਾਤੱਤਵ ਵਿਭਾਗ ਦਾ ਜਿਹੜਾ ਧਿਆਨ ਇੱਧਰ ਆਇਆ ਤੇ ਹੁਣ ਪੁਰਾਤੱਤਵ ਵਿਭਾਗ ਨੇ ਵੀ ਇਹਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ। ਫਰੰਟ ਗੇਟ ਤੁਹਾਨੂੰ ਮੈਂ ਦਿਖਾ ਦਿੱਤਾ। ਸੋ ਇਹ ਦਿੱਲੀ ਦਰਵਾਜ਼ਾ ਹੈ ਜਿਹਦੀ ਵੀ ਖਸਤਾ ਹਾਲਤ ਹੈ, ਕਾਫੀ ਹਾਲਤ ਜਿਹੜੀ ਇਹਦੀ ਖਰਾਬ ਹੈ। ਸੋ ਲੱਗਦਾ ਹੈ ਕਿ ਇਤਿਹਾਸ ਨੂੰ ਸਾਂਭਣ ਦੀ ਕੋਸ਼ਿਸ਼ ਦੇ ਵਿੱਚ ਜੇ ਲੋਕਲ ਲੋਕਾਂ ਨੇ ਹਿੰਮਤ ਕੀਤੀ ਹੈ ਤੇ ਹੁਣ ਪੁਰਾਤੱਤਵ ਵਿਭਾਗ ਦਾ ਧਿਆਨ ਇੱਧਰ ਗਿਆ ਤੇ ਇਸੇ ਤਰ੍ਹਾਂ ਹੀ ਜੇ ਅਸੀਂ ਆਪਣੇ ਇਤਿਹਾਸ ਨੂੰ, ਸੱਭਿਆਚਾਰ ਨੂੰ ਬਚਾਉਣਾ ਚਾਹੁੰਦੇ ਹਾਂ ਤੇ ਪੁਰਾਣੀਆਂ ਇਮਾਰਤਾਂ ਦਾ ਸਾਡੇ ਕੋਲੇ ਮੌਜੂਦ ਹੋਣਾ ਤੇ ਉਹਨਾਂ ਨੂੰ ਉਸੇ ਤਰੀਕੇ ਨਾਲ ਉਹਨਾਂ ਦਾ ਮੌਜੂਦ ਹੋਣਾ ਬਹੁਤ ਜ਼ਰੂਰੀ ਆ। ਸੋ ਇਸ ਕੋਸ਼ਿਸ਼ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ ਤੇ ਲੱਗਦਾ ਹੈ ਕਿ ਛੇਤੀ ਇਹ ਪਿਛਲਾ ਦਰਵਾਜ਼ਾ ਵੀ ਰੈਨੋਵੇਟ ਕਰਕੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਸਾਂਭ ਲਿਆ ਜਾਊਗਾ। ਸੋ ਸੁਲਤਾਨਪੁਰ ਲੋਧੀ ਦੇ ਵਿੱਚ ਇਤਿਹਾਸਕ ਚੀਜ਼ਾਂ ਬਹੁਤ ਸਾਰੀਆਂ ਨੇ ਤੇ ਉਹਨਾਂ ਦੇ ਵਿੱਚ ਇੱਕ ਇਹ ਮਸਜਿਦ ਤੇ ਮਦਰਸਾ ਤੇ ਉਹਦੇ ਨਾਲ ਸੰਬੰਧਿਤ ਲਾਹੌਰੀ ਗੇਟ ਤੇ ਦਿੱਲੀ ਗੇਟ ਦੋਨੋਂ ਮੌਜੂਦ ਨੇ। ਸੋ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਦੇ ਰੂਬਰੂ ਤੁਹਾਨੂੰ ਲਗਾਤਾਰ ਕਰਦੀ ਰਹੂੰਗੀ। ਹਾਲ ਦੀ ਘੜੀ ਦਿਓ ਇਜਾਜ਼ਤ। ਸ਼ੁਕਰੀਆ।